ਸਾਰੀ ਮਾਨਵ ਜਾਤੀ ਨੂੰ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ। ਸੋ ਮਨਾ ਪਰਮਾਤਮਾ ਹੰਗ ਮੈਂ ਆਤਮਾ, ਐ ਪ੍ਰਭੂ ਤੂੰ ਮੇਰਾ ਮੈਂ ਤੇਰੇ। ਪਰਮਾਤਮਾ ਕਹਿੰਦਾ ਮੈਂ ਮਹਾਰਾਜਾ ਹਾਂ, ਸ਼ਹਿਨਸ਼ਾਹ ਦਾ ਸ਼ਹਿਨਸ਼ਾਹ, ਸ਼ੇਰ ਸਿੰਘ ਹਾਂ, ਸ਼ੇਰ ਭੈ ਦੇਣ ਵਾਲਾ, ਸਿੰਘ ਸ਼ਕਤੀ, ਸਭ ਨੂੰ ਭੈ 'ਚ ਰੱਖਣ ਵਾਲੀ ਸਮਰੱਥ ਤੱਕਤ ਹਾਂ। ਵਿਸ਼ਨੂੰ ਬ੍ਰਹਮਾ ਸ਼ਿਵ ਜਿਤਨੀ ਵੀ ਰਚਨਾ ਨੇ ਸਭ ਦਾ ਸਭ ਤੋਂ ਵੱਡਾ ਪਿਰਤਪਾਲਕ ਹਾਂ। ਮੈਂ ਭਗਵਾਨ ਹਾਂ ਅਤੇ ਮੇਰੀ ਜੈ ਹੁੰਦੀ ਹੈ। ਤੋ ਆਉਣ ਵਾਲੇ ਸਮੇਂ 'ਚ ਬਹੁਤ ਵੱਡੀ ਤਬਦੀਲੀ ਹੋਏਗੀ ਔਰ ਸਾਰੇ ਹੀ ਨਿਰਗੁਣ ਦੇ ਪੁਜਾਰੀ ਹੋਣਗੇ, ਕਿਉਂਕਿ ਪਰਮਾਤਮਾ ਦਾ ਪਹਿਲਾ ਲਾ ਹੈ ਨਿਰਗੁਣ ਜੋਤ ਅਕਾਲ ਪੁਰਖ ਦਾ ਇਸ਼ਟ ਮੰਨਣਾ। ਉਹਨਾਂ ਦੇ ਅੰਦਰ ਆਉਣ ਵਾਲੀ ਸ੍ਰਿਸ਼ਟੀ ਦੀ ਸੋਚ ਬਹੁਤ ਵੱਡੀ ਬਦਲ ਜਾਏਗੀ। ਐਸੇ ਹਾਲਾਤ ਹੋ ਜਾਣਗੇ ਕਿ ਸਾਰੇ ਨਿਰਗੁਣ ਨਿਰੰਕਾਰ ਦੇ ਪੁਜਾਰੀ ਹੋਣਗੇ। ਉਹਨਾਂ ਦੇ ਅੰਦਰ ਐਸੀ ਖੇਲ ਚੱਲੇਗੀ, ਨੂਰ ਚਮਕਾਏਗਾ ਪਰਮਾਤਮਾ। ਉਹ ਕਹਿੰਦਾ ਹੈ ਨੰਨੇ ਬੱਚਿਆਂ ਨੂੰ ਦੇ ਕੇ ਪ੍ਰਕਾਸ਼ ਆਪਣਾ ਨੂਰ ਦੇਣਾ ਚਮਕਾਈ ਆ। ਹੁਣ ਪ੍ਰਕਾਸ਼ ਕਿੱਥੇ ਹੁੰਦਾ? ਅੰਦਰ ਸਰੀਰ ਦੇ, ਔਰ ਇਹਦੇ ਵਿੱਚ ਆਤਮਾ ਹੈ। ਆਤਮਾ ਪ੍ਰਕਾਸ਼ਮਾਨ ਹੋਏਗੀ। ਜਦੋਂ ਪ੍ਰਕਾਸ਼ਮਾਨ ਕਰੇਗਾ ਤਾਂ ਉਹਨਾਂ ਨੂੰ ਸੋਝੀ ਹੋਏਗੀ ਅਤੇ ਸੰਸਾਰ 'ਚ ਇੱਕ ਸਮਾਂ ਬਦਲ ਜਾਏਗਾ। ਆਪਾਂ ਦੇਖ ਰਹੇ ਹਾਂ ਇਸ ਗੱਲ ਦੀ ਜਿਹੜੀ ਗੱਲ ਹੈ, ਇਹ ਖੇਲ ਕਿਸ ਕਿਸ ਦਾ ਹੋਏਗਾ। ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਗ ਨੰਬਰ 1403 ਦੱਸਦਾ ਹੈ ਖੇਲ ਕਿਸ ਦਾ ਹੋਏਗਾ ਅਤੇ ਕਿਸ ਦਾ ਹੋਏਗਾ। ਇੱਕ ਤਾਂ ਗੋਬਿੰਦ ਦੀ ਗੱਲ ਲਿਖੀ ਹੈ, ਇੱਕ ਨੇਹ ਕਲੰਕ ਦੀ ਲਿਖੀ ਹੈ। ਉਹ ਸੁਮੇਲ ਕਰਾਉਂਦਾ ਹੈ ਨੇਹ ਕਲੰਕ ਅਤੇ ਗੋਬਿੰਦ ਦੀ ਗੱਲ ਚੱਲੇਗੀ। ਕਿਸ ਤਰ੍ਹਾਂ? ਉਹਦੇ 'ਚ ਲਿਖਿਆ ਸਤਿਗੁਰੂ 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 ਗੋਬਿੰਦ ਜੀਓ। ਤੋ ਅੰਗ ਕਹਿੰਦੇ ਨੇ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਨੇ ਗੋਬਿੰਦ ਪਹਿਲੇ ਵੀ ਸਤਿਗੁਰੂ ਸੀ ਆਦਿ ਤੋਂ ਹੀ, ਗੋਬਿੰਦ ਹੁਣ ਵੀ ਸਤਿਗੁਰੂ ਹੈ ਅਤੇ ਗੋਬਿੰਦ ਗਾਂ ਵੀ ਸਤਿਗੁਰੂ ਹੈ, ਸਦੀ ਵੀ ਰਹਿਣ ਵਾਲਾ। ਗੋਬਿੰਦ ਇੱਕ ਸ਼ਬਦ ਹੈ, ਸਤਿਗੁਰ ਹੈ, ਸਦਾ ਹੀ ਰਹਿਣ ਵਾਲਾ। ਔਰ ਉਹ ਕੀ ਕਰੇਗਾ? ਉਹਦੀ ਡਿਊਟੀ ਕੀ ਹੋਏਗੀ? ਬਲੇ ਛਲਨ ਸੰਸਾਰ ਦੇ ਜਿਹੜੇ ਜਾਤਾਂ ਪਾਤਾਂ ਮਤ ਭੇਦ, ਉੱਚਾ ਨੀਵਾਂ, ਜਾਤ ਪਾਤ, ਮੂੰਹਾਂ ਦੀ ਪੜ੍ਹਾਈ ਲੇਕਿਨ ਹਿਰਦੇ ਦੀ ਪੜ੍ਹਾਈ ਨਹੀਂ, ਸਭ ਚਲੇ ਜਾਣਗੇ। ਖੇਲ ਹੋਰ ਹੋ ਜਾਏਗਾ, ਕਿਉਂਕਿ ਹੁਣ ਉਹਨੇ ਤਬਦੀਲੀ ਕਰਨੀ ਹੈ। ਗੋਬਿੰਦ ਨੇ ਹੁਣ ਗੋਬਿੰਦ ਨੇ ਲਿਹਾਜ਼ ਨਹੀਂ ਕਰਨਾ, ਕਿਉਂਕਿ ਮਾਤਾ ਜੀ ਨੂੰ ਕਹਿ ਗਏ ਸੀ ਨਾ ਆਪ ਲੜੂੰ ਨਾ ਔਰੋਂ ਕੋ ਲੜਾਂ। ਮਤਲਬ ਉਹਨਾਂ ਨੂੰ ਕਿਹਾ ਕਿ ਮੈਂ ਮਾਤਾ ਜੀ ਨੂੰ ਕੀ ਕਿਹਾ ਸੀ? ਮੈਂ ਗਰਭ 'ਚ ਨਹੀਂ ਆਉਣਾ ਮਾਤਾ, ਮੈਂ ਗਰਭ 'ਚ ਨਹੀਂ ਆਉਣਾ। ਮੈਂ ਸੱਚਖੰਡ ਤੋਂ ਵਾਪਸ ਆਵਾਂਗਾ, ਸੱਚਖੰਡ ਦੀ ਧਾਰ ਬਣ ਕੇ ਆਵਾਂਗਾ। ਮੈਂ ਉਹ ਖੇਲ ਖੇਲਾਂਗਾ। ਔਰ ਹੁਕਮ ਕਿਹਦਾ ਚੱਲਣਾ ਹੈ? ਗੋਬਿੰਦ ਦਾ। ਨਾਮ ਕਿਸ ਦਾ ਮਸ਼ਹੂਰ ਹੋਣਾ ਹੈ? ਅਕਾਲ ਪੁਰਖ ਦਾ। ਨਾਲ ਉਹਨਾਂ ਤੋਂ ਹਥਿਆਰ ਕਿਹੜਾ ਹੋਏਗਾ? ਸ਼ਬਦ ਦਾ। ਨਾਲ ਉਹਨਾਂ ਦੇ ਕੌਣ ਇਹ ਖੇਲ ਕਰੂਗਾ? ਨੇਹ ਕਲੰਕ ਨਰੈਣ ਨਾਰ, ਜੋਤ ਸਰੂਪ ਪਰਮਾਤਮਾ। ਉਹ ਤੇ ਦੋਵੇਂ ਇਕੱਠੇ ਹੋ ਕੇ ਖੇਲ ਕਰਨਗੇ। ਇਹ ਕੀ ਹੋ ਜਾਏਗਾ? ਕਿਉਂ ਚਲੇ ਜਾਣਗੇ ਲੋਕ? ਇਹਦੀ ਗੱਲ 722 ਅੰਗ 'ਤੇ ਸਾਹਿਬ ਗੁਰੂ ਨਾਨਕ ਪਾਤਸ਼ਾਹ ਜੀ ਕਹਿੰਦੇ ਹਨ, ਲਾਲੋ ਧਰਮ ਸ਼ਰਮ ਜਬ ਉੱਠ ਖਲੋਏ, ਕੂੜ ਫਿਰੇ ਪ੍ਰਧਾਨ ਵੇ ਲਾਲੋ। ਉੱਠ ਖਲੋਣਗੇ, ਨਾ ਸ਼ਰਮ ਰਹੇਗੀ ਨਾ ਧਰਮ ਰਹੇਗੀ, ਅਤੇ ਉੱਠੂਗਾ ਕਿ ਕੂੜ ਦੀ ਪ੍ਰਧਾਨਤਾ ਹੋਏਗੀ। ਕੂੜ ਪੈਦਾ ਕਿੱਥੋਂ ਹੁੰਦਾ ਹੈ? ਵਾਸ਼ਨਾਵਾਂ ਤੋਂ। ਵਾਸ਼ਨਾਵਾਂ ਕਿੱਥੋਂ ਆਉਂਦੀਆਂ? ਸਾਡੇ 7 ਕੇਂਦਰਾਂ ਤੋਂ। ਅੱਖਾਂ, ਕੰਨ, ਨੱਕ ਦੇ 2 ਛੇਦ, ਇੱਕ ਮੂੰਹ ਦੇ। ਇਹ ਜਦੋਂ 7 ਕੇਂਦਰਾਂ ਦੇ ਵਿੱਚ ਹੀ ਵਾਸ਼ਨਾਵਾਂ ਸਾਰੀ ਉਮਰ ਲੈਂਦਾ ਹੈ।
ਅੱਖਾਂ ਰਾਹੀਂ ਕੋਈ ਚੀਜ਼ ਦੇਖ ਲਈ, ਉਹਦੇ ਮਗਰ ਹੀ ਭੱਜ ਉੱਠਦਾ ਹੈ। ਕੰਨਾਂ ਰਾਹੀਂ ਸੁਣ ਲਈ, ਉਹਦੇ 'ਤੇ ਹੀ ਅਮਲ ਕਰਕੇ ਤੇ ਕੰਮ ਕਰਦਾ ਹੈ, ਚਾਹੇ ਚੁਗਲੀ ਕਿਉਂ ਨਾ ਸੁਣੀ ਹੋਵੇ। ਨੱਕ ਰਾਹੀਂ ਕੀ ਚੀਜ਼ ਲੈਂਦਾ, ਕਿੱਦਾਂ ਉਹ ਸਵਾਸ ਦੀਆਂ ਜਾਂ ਕੋਈ ਚੀਜ਼ ਕਿਰਿਆਵਾਂ ਕਰੇਂਦਾ। ਮੂੰਹ ਰਾਹੀਂ ਕੀ ਲੈਂਦਾ, ਇਹ ਸਾਰੀਆਂ ਵਾਸ਼ਨਾਵਾਂ। ਜਿਹੋ ਜਿਹਾ ਅੰਨ ਉਹੋ ਜਿਹਾ ਮਨ। ਹੁਣ ਇਹ ਜਦ ਉਹ ਸਾਹਿਬ ਕਹਿੰਦੇ ਨੇ, ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਕਿ ਇਹ ਸਾਰੇ ਕੂੜ ਨਾ ਭਰ ਜਾਣਗੇ, ਤਾਂ ਫਿਰ ਸੁਖਮਨਾ ਟੇਢੀ ਬੰਕ ਦੁਆਰ ਦਾ ਰਸਤਾ ਗਿਆ। ਪਰਾ ਬਸੰਤੀ ਮਦਮ ਬੈਖਰੀ ਤੋਂ ਪਾਰ ਜਾਣ ਵਾਲਾ ਕੋਈ ਨਾ ਰਿਹਾ। ਤੋ ਚੜ੍ਹਾਈ ਨਹੀਂ ਚੜ੍ਹੇਗੀ ਕਿਸੇ ਦੀ। ਬਾਹਰੋਂ ਉਹ ਹਾਲ ਜਿਸ ਤਰ੍ਹਾਂ ਇੱਕ ਬਾਜ਼ਾਰ ਭਰਿਆ ਜਿਹੜਾ ਹੈ, ਉਹ ਕੂੜ ਯਾਨੀ ਕਿ ਇੱਕ ਐਸਾ ਵਹਿਣ ਬਣ ਜਾਏ, ਨਾਲੀ ਬਣ ਜਾਏ ਜਿਹੜੀ ਗੰਦ ਦੀ ਭਰੀ ਹੋਵੇ। ਔਰ ਜਿਹੜਾ ਲੰਘਣ ਵਾਲਾ ਜਦੋਂ ਬਹੁਤ ਦੇਰ ਬਾਅਦ ਆਉਂਦਾ, ਉਹ ਫਿਰ ਬਾਹਰ ਕੀ ਆ, ਬਾਹਰ ਖਲੋ ਕੇ ਰੌਲਾ ਪਾਈ ਜਾਂਦਾ ਵੀ ਇਹ ਭਾਈ ਕੀ ਬੇੜਾ ਕਰ ਕੀਤਾ, ਮੁਹੱਲੇ ਦੇ ਲੋਕ ਮਰ ਗਏ ਆ, ਇਹਨੂੰ ਸਾਫ਼ ਕਿਉਂ ਨਹੀਂ ਕਰਦੇ। ਜਾਂ ਪੰਚਾਂ ਸਰਪੰਚਾਂ ਕਈਆਂ ਨੂੰ ਉਹ ਗਾਲਾਂ ਕੱਢਦਾ ਹੈ। ਕਿੱਥੇ ਖਲੋਂਦਾ, ਕੰਢੇ 'ਤੇ। ਕੰਢੇ 'ਤੇ ਰੌਲਾ ਪਾਇਆ ਕੁਛ ਨਹੀਂ ਬਣਦਾ। ਇਸੇ ਤਰ੍ਹਾਂ ਹੀ ਸਰੀਰ ਦੇ ਮੂੰਹ ਰਾਹੀਂ ਰੌਲਾ ਪਾਇਆ ਜਾਂ ਮੂੰਹ ਰਾਹੀਂ ਘਾਰੀਆਂ ਕੀਤਿਆਂ ਕੁਛ ਨਹੀਂ ਬਣਦਾ ਜਿੰਨਾ ਚਿਰ ਹਿਰਦੇ ਤੋਂ ਨਹੀਂ ਹੁੰਦਾ। ਤੋ ਪਰਮਾਤਮਾ ਨੂੰ ਮਿਲਣ ਵਾਸਤੇ ਇਹ ਰਸਤੇ ਸਾਰੇ ਕਲੋਜ਼ ਹੋ ਚੁੱਕੇ ਨੇ। ਉਹਨੇ ਕਿਸੇ ਨੇ ਕਹਿਣਾ ਕਿ ਮੈਂ ਬੜੀ ਇਨਸਾਨਾਂ ਦੀ ਸੇਵਾ ਕਰਦਾ ਹੈ, ਲੇਕਿਨ ਛਲਿਆ ਜਾਏਗਾ, ਕਿਉਂਕਿ ਉਹਦੇ ਹਿਰਦੇ 'ਚ ਉਹਦਾ ਪਰਮਾਤਮਾ ਦਾ ਭੈ ਨਹੀਂ ਹੈ, ਉਹਨੂੰ ਮਿਲਣ ਦਾ ਚਾਅ ਨਹੀਂ ਹੈ। ਕਿਸੇ ਨੇ ਕਹਿਣਾ ਇਹ ਨਹੀਂ ਕਿ ਸੇਵਾ ਮਾੜੀ ਹੈ, ਕਿਉਂਕਿ ਕਬੂਲ ਹੋਏਗੀ ਜੇ ਉਹਦਾ ਭੈ ਆ। ਅਤੇ ਆਉਣ ਵਾਲੇ ਸਮੇਂ 'ਚ ਕੀ ਆ, ਅੱਗੇ ਭਗਤੀ ਰੱਖੀ ਹੱਕ ਦੀ, ਹੱਥਾਂ ਪੈਰਾਂ ਦੀ ਸੇਵਾ ਕਰਦਿਆਂ ਪਾਰ ਲੰਘਾਈ ਆ। ਅਗਰ ਜੇ ਲਾਲਚੀ ਹੈ, ਜਾਇਦਾਦਾਂ ਦੂਸਰਿਆਂ ਦੇ ਇਕੱਠੇ ਕਰਕੇ ਲੋੜ ਤੋਂ ਵੱਧ ਇਕੱਠਾ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ, ਜਾਂ ਕਿਸੇ ਦੀ ਰੀਸ ਇਕੱਠੀ ਕਰਨ ਦੀ ਕਰ ਰਿਹਾ ਹੈ, ਤਾਂ ਫਿਰ ਕੀ ਹੈ, ਅੰਦਰ ਕਪਟ ਹੈ। ਕਹਾਣੀ ਹੋਰ ਹੈ, ਛੜਿਆ ਜਾਊਗਾ। ਤੋ ਪਰਮਾਤਮਾ ਹੱਥਾਂ ਪੈਰਾਂ ਦੀ ਸੇਵਾ ਜੇ ਅੰਦਰੋਂ ਬਾਹਰੋਂ ਇੱਕ ਹੈ ਤਾਂ ਉਹ ਗਿਣੀ ਜਾਏਗੀ। ਤੋ ਭਗਤੀ ਵੀ ਇਹ ਰਹਿ ਜਾਏਗੀ, ਕਿਉਂਕਿ ਇੱਧਰੋਂ ਤਾਂ ਹੋਣੀ ਨਹੀਂ ਗੀ। ਉਹ ਆਪਣੀ ਕਿਰਪਾ ਨਾਲ ਪਾਰ ਕਰੇਗਾ। ਇਹ ਜਹਾਜ਼ ਜਿਹੜਾ ਨਾਮ ਦਾ, ਇਹ ਉਹਦੀ ਕਿਰਪਾ ਨਾਲ ਜਾ ਕੇ ਪਾਰ ਹੋਏਗਾ, ਉਹਦੇ 'ਚ ਜਿਹੜਾ ਲੰਘੇਗਾ। ਤੋ ਇਸ ਕਰਕੇ ਚੜ੍ਹੇ ਸੇ ਉਤਰੇ ਪਾਰ ਉਹੀ ਆ ਜਿਹਨੂੰ ਕਿ ਸਤਿਗੁਰ ਸ਼ਬਦ ਗੋਬਿੰਦ ਜਿਹੜਾ ਹੈ, ਸ਼ਬਦ ਗੋਬਿੰਦ ਉਹਨੂੰ ਪਾਰ ਲਾਉਣਗੇ ਜਿਹਨੂੰ। ਕਿਤਨੀ ਵੱਡੀ ਗੱਲ ਹੈ, ਨਹੀਂ ਤੇ ਛਲੇ ਜਾਣਗੇ ਉਹਦੇ ਆਸਰੇ ਤੋਂ ਬਿਨਾਂ। ਹੁਣ ਕਿਸੇ ਦੇ ਤੁਸੀਂ ਕਿੰਨਾ ਪੈਸਾ ਦੇਈ ਜੋ, ਤੁਹਾਡੀ ਉਹਦੇ ਨਾਲ ਗੱਲ ਹੀ ਨਹੀਂ ਹੈਗੀ, ਛਲੇ ਜਾਓਗੇ। ਉਹ ਕਹਿੰਦਾ ਮੈਨੂੰ ਕਾਹਦਾ ਦੇਣ ਦਿਆਂ, ਮੇਰਾ ਤੇਰਾ ਤਾਂ ਮੈਨੂੰ ਤਾਂ ਕਦੀ ਕਵਾਇਆ ਨਹੀਂ, ਮੇਰਾ ਤੇਰਾ ਕਾਹਦਾ ਰਿਸ਼ਤਾ। ਪੈਸਿਆਂ ਨਾਲ ਉਹ ਮੰਨਣ ਵਾਲਾ ਨਹੀਂ, ਵਸਤਾਂ ਨਾਲ ਮੰਨਣ ਵਾਲਾ ਨਹੀਂ, ਕਿਉਂਕਿ ਉਹਦੀਆਂ ਚੀਜ਼ਾਂ ਨਹੀਂ ਗਿਆ। ਉਹ ਜਾਣਦਾ ਚੰਗੀ ਤਰ੍ਹਾਂ ਜੋ ਤੂੰ ਮੈਨੂੰ ਦੇਣਾ ਇਹ ਧਰਤੀ ਦੀ ਚੀਜ਼ ਹੈ, ਧਰਤੀ ਤੋਂ ਹੀ ਪੈਦਾ ਹੋਈ, ਧਰਤੀ 'ਤੇ ਖਤਮ ਹੋ ਗਈ। ਇੱਥੋਂ ਤੱਕ ਕਿ ਸਰੀਰ ਵੀ ਧਰਤੀ 'ਤੇ ਪੈਦਾ ਹੁੰਦੇ, ਧਰਤੀ 'ਤੇ ਹੀ ਖਤਮ ਹੋਈ ਜਾਂਦੇ। ਮਾਇਆ ਧਰਤੀ 'ਤੇ ਪੈਦਾ ਹੁੰਦੀ, ਧਰਤੀਆਂ 'ਤੇ ਕਰਦਾ, ਕਿਹਨੂੰ ਦਿੰਦੇ ਆ, ਕਿਹਨੂੰ ਲੈਂਦੇ ਆ। ਤੋ ਇਸ ਕਰਕੇ ਜਦ ਇਹ ਸਾਰੀ ਧਰਤੀ ਦੀਆਂ ਚੀਜ਼ਾਂ ਧਰਤੀ 'ਤੇ ਹੀ ਦੇਈ ਜਾਂਦੇ ਆ, ਕਿਸੇ ਨੂੰ ਪੈਸੇ ਚੜਾਤੇ, ਕਿਸੇ ਨੂੰ ਕੁਛ ਦੇ ਦਿੱਤਾ, ਕਿੱਥੋਂ ਲਿਆ ਸੀ, ਕਿੱਥੋਂ ਆਇਆ ਸੀ, ਧਰਤੀ 'ਤੇ ਸੀ, ਧਰਤੀ ਤੋਂ ਬਾਹਰ ਨਹੀਂ ਸੀ। ਕੋਈ ਸਹਾਨ ਨਹੀਂ ਕੀਤਾ। ਸੋਨਾ ਚਾਂਦੀ ਹੀਰੇ ਜਵਾਹਰਾਤ ਜੋ ਵੀ ਹੈ, ਖਾਣਾ ਦੂਸਰਾ ਸਭ ਤੇ ਧਰਤੀ ਦੀ ਚੀਜ਼ ਹੈ। ਜਦੋਂ ਪੈਦਾ ਹੋਇਆ ਉਹਦੇ ਹੱਥ ਖਾਲੀ ਸੀ, ਜਦੋਂ ਗਿਆ ਉਦੋਂ ਵੀ ਹੱਥ ਖਾਲੀ ਸੀ, ਫਿਰ ਸਾਨ ਕਿਹਦੇ ਤੇ। ਤੋ ਉਸ ਨੇ ਆਂਦਾ ਵੀ ਕੂੜ ਪ੍ਰਦਾਨ ਜਿਹੜੀ ਚੀਜ਼ਾਂ ਉਹਦੀਆਂ ਹੈ ਹੀ ਨਹੀਂ, ਉਹ ਲੈ ਲੈ ਕੇ ਸਾਨ ਮਾਰੇਗਾ, ਹੰਕਾਰ 'ਚ ਆਏਗਾ। ਜਿਸ ਤਰ੍ਹਾਂ ਇੱਕ ਬਾਣੀ ਸੁਣਾਉਣ ਵਾਲਾ, ਉਹਦੀ ਲਿਖੀ ਨਹੀਂ, ਉਹਨੂੰ ਉਤਰੀ ਨਹੀਂ, ਅਤੇ ਉਹ ਉਹਦੇ ਅਮਲ ਦਾ ਪਤਾ ਵੀ ਨਹੀਂ, ਲੇਕਿਨ ਉਹ ਵਰਤਾਏਗਾ। ਇਨਸਾਨ ਉਸ ਚੀਜ਼ ਨੂੰ ਵਰਤਾਏਗਾ ਆਪਣੀ ਸਮਝ ਕੇ ਵੀ ਮੈਨੂੰ ਗਿਆਨ ਹੋ ਗਿਆ। ਚੀਜ਼ ਕਿਸੇ ਦੀ ਲਿਖਾਉਣ ਵਾਲਾ ਕੋਈ, ਉਹਦੇ ਬਾਰੇ ਗੱਲ ਵੀ ਨਹੀਂ, ਫਿਰ ਉਹਦੀ ਸਮਝ ਵੀ ਨਹੀਂ। ਤੋ ਜੀਵ ਕਿਹੜਾ ਹੈ ਉਹ ਹੰਕਾਰ 'ਚ ਪੜ ਜਾਏਗਾ, ਹਰ ਇਨਸਾਨ ਪੜ ਜਾਏਗਾ। ਕਿਸ ਤਰ੍ਹਾਂ? ਹੁਣ ਧਰਮ ਗ੍ਰੰਥ ਕਹਿੰਦੇ ਹਨ ਕਿ ਬੰਦੇ ਦੇ ਅੰਦਰ 360 ਹੱਡੀਆਂ ਹਨ। ਡਾਕਟਰ ਕਹਿੰਦੇ ਹਨ ਕਿ ਬੰਦੇ ਦੇ ਅੰਦਰ 206 ਹੱਡੀਆਂ। ਉਹਨਾਂ ਦੀ ਗਿਣਤੀ 'ਚ ਕੀ ਫਰਕ ਪਿਆ? ਉਹ ਡਾਕਟਰ ਨੂੰ ਵੀ ਸੋਝੀ ਨਹੀਂ ਹੈਗੀ। ਜੋ ਗ੍ਰੰਥ ਕਹਿੰਦੇ ਉਹ ਸੱਤ ਕਹਿੰਦੇ ਨੇ।
72 ਨਾੜੀਆਂ ਜਿਹਦੇ ਵਿੱਚੋਂ ਆਉਂਦਾ ਵੀ ਕੂੜ ਵਿਕਾਰ ਭਰਦੇ ਆ, ਹਰ ਵਸਾਇਆ 72 ਨਾੜੀ ਹਰ ਵਸਾਈ ਆ। ਹੁਣ ਪਰਮਾਤਮਾ ਦੇ 72 ਨਾੜ ਦੇ ਵਿੱਚ ਉਹ ਜਿਹੜਾ ਵਸਦਾ ਹੈ, ਹੁਣ 72 ਕੋਈ ਬੰਦਾ ਆਪਣਾ ਅੰਦਰ ਦੀ ਚੀਜ਼ ਨਹੀਂ ਗਾਣ ਸਕਦਾ, ਅਤੇ ਮੂੰਹ ਨਾ ਕਹਿਣ ਨਾਲ ਕੀ ਫਰਕ ਪਊਗਾ, ਨਾ ਨਾੜੀ ਦਾ ਤਾਂ ਦੂਸਰੇ ਦਾ। ਤੋ ਗੱਲ ਜਿਹੜੀ ਹੈ ਜਦੋਂ ਅੰਦਰੋਂ ਉਹ ਜਣਾਈ ਕਰਾਉਂਦਾ ਹੈ ਫਿਰ ਸਿਰੇ ਲੱਗਦੀ ਹੈ। ਅਤੇ ਜਣਾਈ ਕਰਾਉਣ ਕਾਉਂਦਾ ਹੈ ਨਿਰਗੁਣ ਨਿਰੰਕਾਰ। ਨਿਰਗੁਣ ਨਿਰੰਕਾਰ ਤੋਂ ਬਿਨਾਂ ਸੋਝੀ ਨਹੀਂ ਦੇ ਦਿੰਦਾ, ਉਹਨੂੰ ਸੀਨ ਦਿਖਾਉਂਦਾ ਹੈ। ਉਹ ਬੋਲੀ ਭਾਸ਼ਾ ਨਹੀਂ ਬੋਲਦਾ ਹੈਗਾ। ਜਦ ਅੰਦਰ ਹੀ ਸਾਰੀ ਜਣਾਈ ਆਪਣੀ ਕਰਾ ਦਿੰਦਾ ਹੈ ਤਾਂ ਦੁਨੀਆ ਉਸ 'ਤੇ ਕਾਇਲ ਹੋ ਜਾਂਦੀ ਹੈ। ਨਹੀਂ ਤਾਂ ਪਰਮਾਤਮਾ ਦੇ ਸਾਕਾਰ ਰੂਪ ਨੂੰ ਸਭ ਵੈਰੀ ਹੁੰਦੇ ਨੇ। ਕਿਸ ਨਾਲ ਨਹੀਂ ਹੋਇਆ? ਜੇ ਗੁਰੂ ਅਵਤਾਰ ਪੈਗੰਬਰ ਸਾਹਿਬਾਨ ਆਏ, ਉਹਦੇ ਸਾਕਾਰ ਰੂਪ ਨਾਲ ਹੀ, ਉਹਦੇ ਸਰਗੁਣ ਰੂਪ ਨੂੰ ਹੀ ਸਾਰੇ ਲੜਦੇ ਰਹੇ, ਇੱਟੇ ਰੋੜੇ ਵੀ ਮਾਰਦੇ ਰਹੇ, ਤੱਤੀਆਂ ਲੋਹਾਂ 'ਤੇ ਵੀ ਪਾਉਂਦੇ ਰਹੇ, ਰੇਤਾ ਵੀ ਪਾਉਂਦੇ ਰਹੇ ਸੀਸ 'ਤੇ, ਉਬਲਦੀਆਂ ਦੇਗਾਂ 'ਚ ਵੀ ਪਾਉਂਦੇ ਰਹੇ, ਬੱਚਿਆਂ ਪਰਿਵਾਰਾਂ ਨੂੰ ਸ਼ਹੀਦ ਵੀ ਕਰਦੇ ਰਹੇ, ਸੀਸ ਵੀ ਜਿਹੜਾ ਉਹਨਾਂ ਬਦਲੇ ਦੇਣਾ ਪੈ ਰਿਹਾ। ਤੋ ਸਾਕਾਰ ਰੂਪ ਨੂੰ ਹਰ ਵਾਰੀ ਸਮਾਜ ਦੀ ਟੱਕਰ ਰਹੀ ਹੈ। ਹੁਣ ਪਰਮਾਤਮਾ ਕੀ ਕਰੇਗਾ? ਐਸਾ ਮਾਹੌਲ ਪੈਦਾ ਕਰ ਦੇਗਾ, ਫਿਰ ਕੀ ਆ, ਸਭ ਚਲੇ ਜਾਣਗੇ। ਇਹ ਸੋਚਾਂ ਕਿਸੇ ਦੀਆਂ ਚੱਲਣਗੀਆਂ ਨਹੀਂ, ਕਿਉਂਕਿ ਪ੍ਰੈਕਟੀਕਲ ਲਾਈਫ ਨਹੀਂ ਹੈ। ਜੇ ਇੱਕ ਕਿਹਾ ਤਾਂ ਇੱਕ ਨੂੰ ਦੇਖਿਆ ਨਹੀਂ ਹੈ, ਜਿੰਨਾ ਚਿਰ ਉਹਨੇ ਕਿਰਪਾ ਨਹੀਂ ਕੀਤੀ, ਕਿਉਂਕਿ ਜੋ ਉਹ ਜਣਾਏਗਾ ਉਹੀ ਸਮਝ ਲੱਗਣੀ ਹੈ। ਜੇ ਕੋਈ ਆ ਕੇ ਆਪਣੇ ਅੱਖਰ ਪੜ੍ਹ ਕੇ ਕਿਸੇ ਨੂੰ ਜਣਾਈ ਦੇ ਦਾਂ, ਬਿਲਕੁਲ ਝੂਠ ਹੈ, ਨਹੀਂ ਜਣਾਇਆ ਜਾ ਸਕਦਾ। ਅੱਖਰ ਨਾਲ ਦੁਨੀਆ ਚੱਲਦੀ ਹੈ, ਲੇਕਿਨ ਪਰਮਾਤਮਾ ਦੀ ਗੱਲ ਨਿਰ ਅੱਖਰ ਨਾਲ ਚੱਲਦੀ ਹੈ। ਉਸ ਬਿਨਾਂ ਭਾਸ਼ਾ ਤੋਂ ਸੀਨ ਦਿਖਾਉਂਦਾ ਹੈ, ਜਾ ਦਿਖਾਉਂਦਾ ਹੈ, ਮਸਤਕ 'ਚ ਚਹਿਲ ਪਹਿਲ ਕਰ ਦਿੰਦਾ ਹੈ, ਸਰੀਰ ਸ਼ਰਰਾ ਸ਼ਰਰਾ ਉਹਦੇ ਆਨੰਦ 'ਚ ਭਰ ਜਾਂਦਾ ਹੈ। ਤੋ ਦੁਨੀਆ ਦੇ ਵਿੱਚ ਆਉਣ ਵਾਲਾ ਸਮਾਂ ਦਿਖਾਇਆ ਜਾਵੇਗਾ। ਬਲੇ ਛਲਨ ਸਰਬ ਮਲਨ ਆਂਦਾ, ਅਨਿਆਈਆਂ ਮੌਤਾਂ ਚਾਲੂ ਹੋ ਜਾਣਗੀਆਂ, ਅੱਗ ਭਰ ਜੂਗੀ ਸੰਸਾਨਾਂ ਦੇ ਅੰਦਰ, ਅੰਦਰ ਦੀ ਤਾਰ ਬਦਲ ਜਾਏਗੀ, ਪ੍ਰੇਮ ਜਿਹੜਾ ਹੈ ਅਗਨੀ ਰੂਪ ਧਾਰ ਜਾਏਗਾ। ਬਲੇ ਛਲਨ ਸਰਬ ਮਲਨ ਭਗਤ ਫਲਨ। ਭਗਤ ਕਿਉਂ ਹੈ? ਭਗਤ ਜਿਹਨੂੰ ਭਗਵਾਨ ਅੰਦਰ ਅਤੇ ਬਾਹਰ ਨਜ਼ਰ ਆਉਂਦਾ ਹੈ, ਗੁਪਤ ਅਤੇ ਜ਼ਾਹਰ ਦੋਵੇਂ ਜਗ੍ਹਾ ਉਹਨੂੰ ਵੇਖ ਲੈਂਦਾ ਹੈ। ਜੇ ਇਕੱਲਾ ਆ ਕੇ ਭਗਤ ਅੰਦਰ ਹੀ ਵੇਖਿਆ ਹੈ ਤਾਂ ਭਗਤ ਦਾ ਪ੍ਰਮਾਣ ਨਹੀਂ ਹੁੰਦਾ। ਭਗਤ ਜਦੋਂ ਬਾਹਰ ਵੇਖਦਾ ਹੈ, ਉਹੀ ਰੂਪ ਉਹਨੂੰ ਤੱਤ ਲੈਣ ਲੱਗਿਆ ਜਾਂ ਕੋਈ ਸਰੂਪ ਲੈਣ ਲੱਗਿਆ ਜੋ ਸਾਰੀ ਸ੍ਰਿਸ਼ਟੀ ਨੂੰ ਬਣਾਉਂਦਾ ਹੈ, ਉਹਨੂੰ ਕੀ ਫਰਕ ਪੈਂਦਾ? ਉਹ ਛਿੰਨ ਭਰ 'ਚ ਆਪਣਾ ਸਾਰਾ ਸਰੂਪ ਭਰ ਕੇ ਦਰਸ਼ ਦਿੰਦਾ, ਜਿੱਦਾਂ ਧੰਨਾ ਜੀ ਨੂੰ ਦਿੱਤਾ, ਜਿੱਦਾਂ ਨਾਮਦੇਵ ਜੀ ਦਾ ਕੰਮ ਕੀਤਾ, ਜਿੱਦਾਂ ਕਬੀਰ ਜੀ ਦਾ ਸ਼ਾਦੀ ਜਿਹੜੀ ਜਿਸ ਵੇਲੇ ਉਸ ਵੇਲੇ ਹਾਜ਼ਰ ਹੋ ਕੇ ਕੰਮ ਕੀਤਾ। ਤੋ ਉਹ ਪਰਮਾਤਮਾ ਜਿਹੜਾ ਹੈ, ਜਿਸ ਵੇਲੇ ਉਹ ਹਾਜ਼ਰ ਹੋ ਕੇ ਆਪਣਾ ਦਰਸ਼ ਦਿੰਦਾ ਹੈ, ਇਹ ਉਸ ਦਾ ਵਿਲੱਖਣ ਹੈ ਔਰ ਜਣਾਈ ਕਰਾਉਂਦਾ ਹੈ। ਬਾਹਰ ਅਤੇ ਅੰਦਰ ਇੱਕ ਹੁੰਦਾ ਹੈ। ਪਰਮਾਤਮਾ ਦੇ ਦੋ ਹਿੱਸੇ ਨਹੀਂ ਹੁੰਦੇ, ਅੰਦਰ ਅਤੇ ਬਾਹਰ ਦੋਵੇਂ ਥਾਵਾਂ 'ਤੇ ਇਨਸਾਨ ਦੇ ਅੰਦਰ ਅਤੇ ਬਾਹਰ ਉਸ ਦਾ ਅਨੁਭਵਤਾ ਸ਼ੁਰੂ ਹੁੰਦੀ ਹੈ। ਬਿਨਾਂ ਅਨੁਭਵ ਦ੍ਰਿਸ਼ਟੀ ਨਜ਼ਰ ਕਿਸੇ ਨਾ ਆਈ। ਅਨੁਭਵ ਹੋਣ ਤੋਂ ਬਿਨਾਂ ਕਿਸੇ ਨੂੰ ਨਜ਼ਰ ਨਹੀਂ ਆਉਂਦਾ। ਝੂਠੇ ਦਾਅਵੇ ਨੇ। ਅਨੁਭਵ ਕਰਾਉਂਦਾ ਹੈ, ਇਹੀ ਉਹਦੀ ਵਿਲੱਖਣਤਾ ਹੈ। ਸੰਸਾਰ ਅਨੁਭਵ ਨਹੀਂ ਕਰਾ ਸਕਦਾ, ਕਿਸੇ ਨੂੰ ਅੱਖਰਾਂ ਨਾਲ ਸਮਝਾ ਸਕਦਾ ਹੈ, ਅਨੁਭਵ ਨਹੀਂ ਕਰਾ ਸਕਦਾ। ਸੰਸਾਰ ਪ੍ਰਕਾਸ਼ ਨਹੀਂ ਰੱਖ ਸਕਦਾ, ਉਹ ਖੁਦ ਹੀ ਤੋਂ ਮੰਗਤਾ ਹੈ ਪ੍ਰਕਾਸ਼ ਦਾ। ਪ੍ਰਕਾਸ਼ ਰੱਖ ਕਿੱਦਾਂ ਸਕਦਾ ਹੈ? ਤੋ ਇਸ ਕਰਕੇ ਉਹ ਆਂਦੇ ਕੌਣ ਕੰਮ ਕਰੇਗਾ? ਇਹ ਪ੍ਰਕਾਸ਼ ਰੱਖਣ ਵਾਲਾ ਕੰਮ ਕੌਣ ਕਰੇਗਾ? ਕਿਹੜਾ ਇਸ ਭਗਤਾਂ ਨੂੰ ਫਲ ਦੇਵੇਗਾ? ਉੱਥੇ ਆਖਿਆ ਨੇਹ ਕਲੰਕ। ਨੇਹ ਕਲੰਕ ਇਹ ਕੰਮ ਕਰੇਗਾ। ਆਂਦਾ ਨਿਰਾ ਇੱਕ ਨਹੀਂ ਹੈ, ਇੱਗਾ ਭਗਤਾਂ ਦੀ ਫਸਲ ਲੱਗਣੀ ਹੈ, ਨਵਾਂ ਬੀਜ ਬੋਝ ਦੇਣਾ ਹੈ। ਬੜਾ ਉਹਦਾ ਅਨੋਖਾ ਜਿਹਾ ਖੇਲ ਹੈ। ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੋਂ ਇੱਕ ਅਨੋਖੀ ਅਗੰਮੀ ਫਸਲ ਬੀਜੀ ਗਈ, ਜਿਹੜੀ ਉਹਨਾਂ ਦੇ ਵਿੱਚ ਨੂਰ ਭਰਿਆ ਗਿਆ, ਉਹਨਾਂ ਦੇ ਵਿੱਚ ਅੰਮ੍ਰਿਤ ਦੀ ਧਾਰ, ਔਰ ਉਹ ਧਰਤੀ ਦੇ ਮਾਣ ਬਣੇ ਸਿੰਘ ਸੱਜੇ। ਕਿਆ ਕਮਾਲ ਦੀ ਗੱਲ ਹੈ, ਅਨੋਖਾ ਖੇਲ। ਪਰ ਇਹ ਸੰਸਾਰੀ ਫਸਲਾਂ ਨਾਲ ਲਾਇਆ ਨਹੀਂ ਜਾ ਸਕਦਾ। ਇਹ ਅਨੋਖੀ ਫਸਲ ਹੈ ਜਿਸ ਦਾ ਬੀਜ ਦਿਸਦਾ ਨਹੀਂ।
ਜਿਸ ਦਾ ਕੋਈ ਖੇਲ ਦਿਸਦਾ ਨਹੀਂ ਹੈ, ਜਿਸ ਨੂੰ ਵਰਤਦਾ ਉਹਨੂੰ ਹੀ ਪਤਾ ਲੱਗਦਾ ਹੈ। ਕਿਆ ਕਮਾਲ ਹੈ, ਚਿੜੀਆਂ ਨਾਬਾਜ਼ ਤੜਾਏ ਜਾ ਰਹੇ ਨੇ। ਕਿਆ ਕਮਾਲ ਹੈ, 1.25 ਲੱਖ ਨਾਲ ਲੜਾਇਆ ਜਾ ਰਿਹਾ। ਤੋ ਹੁਣ ਵਾਰੀ ਕੀ ਹੈ, ਹੁਣ ਭਗਤ ਬਣੇਗਾ, ਭਗਤ ਦੀ ਮਸ਼ਹੂਰੀ ਹੋਏਗੀ ਧਰਤੀ ਦੇ ਉੱਤੇ। ਇੱਕ ਇੱਕ ਨਹੀਂ ਆਏਗਾ, ਹੁਣ ਲਾਮਾ ਲੱਤ ਜੂਗਾ, ਭਗਤਾਂ ਦੀ ਨਗਰੀ ਵਸੇਗੀ। ਇਹ ਗੱਲ ਕਿਹਾ ਗਿਆ। ਭਗਤ ਫਲਨ ਕਾਨ ਕੋਰ, ਜਿਹੜਾ ਕਾਨਾਂ ਨੂੰ ਭੇਜਣ ਵਾਲਾ। ਰਾਮ ਕ੍ਰਿਸ਼ਨ ਕਿਤਨੇ ਵੀ ਅਵਤਾਰ ਹਨ, ਸਾਰਿਆਂ ਨੂੰ ਭੇਜਣ ਵਾਲਾ। ਕਾਨ ਕੋਰ ਕੌਣ? ਨੇਕ ਕਲੰਕ, ਜਿਹੜਾ ਜੋ ਸ਼ਬਦ ਦੇ ਨਾਲ ਖੇਲ ਖੇਲਣ ਵਾਲਾ ਹੈ, ਜੋ ਸ਼ਬਦ ਦੇ ਨਾਲ ਸਾਰੀ ਸ੍ਰਿਸ਼ਟੀ ਬ੍ਰਹਿਮੰਡ ਖੰਡ ਚਲਾਉਣ ਵਾਲਾ ਹੈ, ਜਿਹੜਾ ਸਦੀਵੀ ਆਪਣੀ ਧਾਰ ਨੂੰ ਕੰਮ ਕਰਨ ਵਾਲਾ ਹੈ, ਜਿਹੜਾ ਸੱਚਖੰਡ ਮਕਾਮੇ ਹੱਕ ਦਾ ਮਾਲਕ ਹੈ, ਜਿਹੜਾ ਇਸ ਸਾਰੀ ਰਚਨਾ ਦਾ ਮਾਲਕ ਹੈ, ਜਿਹੜੀ ਇਸ ਕੁਦਰਤ ਦਾ ਕਾਦਰ ਹੈ, ਉਸ ਦਾ ਡੰਕਾ ਵੱਜੇਗਾ। ਨੇਕ ਕਲੰਕ ਵਜੇ ਡੰਕ, ਚੜੇ ਦਲ ਰਵਿੰਦ ਜਿਉ। ਰਵ ਹੁੰਦਾ ਅੱਗ, ਇੰਦ ਹੁੰਦਾ ਪਾਣੀ। ਇਹਦਾ ਦਲ ਚੜੇਗਾ। ਅੱਗ ਤੇ ਪਾਣੀ ਦੇ ਦਲ ਚੜਨਗੇ। ਦੁਨੀਆ ਦੇ ਵਿੱਚ ਅੱਗ ਭਰੇਗੀ, ਪਾਣੀਆਂ ਦੇ ਨਾਲ ਛੱਲਾਂ ਵੱਜਣਗੀਆਂ, ਜੋ ਆਪ ਵੇਖ ਰਹੇ ਹਾਂ। ਇਹ ਨੇਕ ਕਲੰਕ ਦਾ ਰਾਜ ਆ ਚੁੱਕਾ ਹੈ, ਰਾਸ਼ਟਰਪਤੀ ਰਾਜ ਹੋ ਚੁੱਕਾ ਹੈ ਸੰਸਾਰ ਦੇ ਅੰਦਰ। ਜੇ ਪਰਮਾਤਮਾ ਨੂੰ ਆਪਾਂ ਰਾਸ਼ਟਰਪਤੀ ਮੰਨ ਲਈਏ, ਸਤਿਗੁਰ ਸ਼ਬਦ ਗੋਬਿੰਦ ਸ਼ਬਦ ਨੂੰ ਉਪ ਰਾਸ਼ਟਰਪਤੀ ਮੰਨ ਲਈਏ, ਗੁਰੂ ਅਵਤਾਰ ਪੈਗੰਬਰ ਸਾਹਿਬਾਨ ਨੂੰ ਸਤਿਗੁਰ ਸ਼ਬਦ ਜਿਹੜਾ ਸਦਾ ਰਹਿਣ ਵਾਲਾ, ਪਰਮਾਤਮਾ ਦੇ ਕਦੀ ਅੰਤ ਨਹੀਂ ਹੁੰਦਾ, ਜਿਹਦਾ ਨਾ ਕੋਈ ਉਹਨੂੰ ਮਾਰ ਸਕਦਾ, ਨਾ ਅਗਨੀ ਸਾੜ ਸਕਦੀ ਹੈ। ਤੋ ਜੇ ਉਸ ਨੂੰ ਉਪ ਰਾਸ਼ਟਰਪਤੀ, ਗੁਰੂ ਅਵਤਾਰ ਪੈਗੰਬਰਾਂ ਨੂੰ ਪ੍ਰਧਾਨ ਮੰਤਰੀ ਮੰਨ ਲਈਏ, ਸੰਤਾਂ ਮਹਾਤਮਾ ਨੂੰ ਮੁੱਖ ਮੰਤਰੀ ਮੰਨ ਲਈਏ, ਤਾਂ ਕਿਆ ਹੈ। ਤੇ ਜਦੋਂ ਐਮਰਜੈਂਸੀ ਲੱਗਦੀ, 3 ਕਾਰਨਾਂ ਕਰਕੇ, ਅੰਦਰੋਂ ਗੜਬੜੇ, ਬਾਹਰੋਂ ਗੜਬੜ ਤੇ ਪੈਸੇ ਧੇਲੇ ਮਾਇਆ ਦੀ ਗੜਬੜ। ਅੱਜ ਤਿੰਨੇ ਅਵਸਥਾ ਹਨ। ਅੰਦਰੋਂ ਗੜਬੜ ਹੋ ਚੁੱਕੀ ਹੈ ਹਰ ਇਨਸਾਨ ਦੀ, ਅੰਦਰ ਚੜ੍ਹਾਈ ਨਹੀਂ ਹੋ ਰਹੀ, ਪ੍ਰਕਾਸ਼ ਨਹੀਂ ਹੋ ਰਿਹਾ। ਬਾਹਰੋਂ ਕੀ ਹੈ? ਬਾਹਰੋਂ ਇਨਸਾਨ ਦਾ ਵੈਰੀ ਹੋ ਚੁੱਕਾ ਹੈ, ਧੋਖਾ ਧੜੀ ਵੱਧ ਚੁੱਕੀ ਹੈ, ਬਾਹਰ ਦੀ ਗੜਬੜ। ਤੀਜਾ ਮਾਇਆ ਦੀ ਗੜਬੜ, ਮਾਇਆ ਦੇ ਮਗਰ ਭੱਜ ਰਿਹਾ ਹੈ। ਤੋ ਇਹ ਤਿੰਨੇ ਚੀਜ਼ਾਂ ਲਈ ਪਰਮਾਤਮਾ ਦਾ ਰਾਸ਼ਟਰਪਤੀ ਰਾਜ ਲਾਗੂ ਹੋ ਚੁੱਕਾ ਹੈ, ਔਰ ਪਰਮਾਤਮਾ ਦੀ ਕਹਾਣੀ ਸ੍ਰਿਸ਼ਟੀ 'ਤੇ ਹੋਣੀ ਹੈ। ਹੁਣ ਕਿਸੇ ਦੀ ਨਹੀਂ ਚੱਲਣੀ ਹੈਗੀ, ਐਮਰਜੈਂਸੀ ਲੱਗ ਚੁੱਕੀ ਹੈ। ਇਹ ਭੁਚਾਲ, ਇਹ ਬਿਮਾਰੀਆਂ, ਬਿਨਾਂ ਹਥਿਆਰਾਂ ਤੋਂ, ਬਿਨਾਂ ਸ਼ਸਤਰਾਂ ਤੋਂ, ਇਹ ਸਾਰੀ ਸ੍ਰਿਸ਼ਟੀ ਦਾ ਖੇਲ ਚੱਲਣਾ ਹੈ। ਤੋ ਅੱਗੇ ਕੀ ਲਿਖਿਆ ਹੈ? ਤੋ ਅੱਗ ਤੇ ਪਾਣੀ ਦੇ ਦਲ ਦੇ ਨਾਲ ਇਹ ਦੁਨੀਆ ਦਾ ਖੇਲ ਚੱਲੇਗਾ। ਫਿਰ ਸਾਰਿਆਂ ਨੂੰ ਕੀ ਸਮਝ ਆਏਗੀ। ਫਿਰ ਸਭ ਨੂੰ ਆਉਣਾ ਚੇਤਾ, ਕੌਣ ਚੜ੍ਹ ਰਿਹਾ ਖੜਾ ਆ। ਫਿਰ ਸਾਰਿਆਂ ਦੇ ਦਿਮਾਗ ਹਿੱਲਣੇ ਹਨ। ਇਹ ਜੜ ਕੌਣ ਉਖਾੜ ਰਿਹਾ ਹੈ? ਸਾਰੀ ਸ੍ਰਿਸ਼ਟੀ ਇਹ ਕਿਉਂ ਐਸੀ ਬਦਲ ਰਹੀ ਹੈ? ਇਹ ਸਾਰੀ ਸ੍ਰਿਸ਼ਟੀ ਦਾ ਨਵਾਂ ਮਾਹੌਲ ਆਪਣੇ ਆਪ ਕਿਉਂ ਬਣ ਰਿਹਾ ਹੈ? ਤੋ ਸਾਰੀ ਸ੍ਰਿਸ਼ਟੀ ਦਾ ਨਿਰਗੁਣ ਨਿਰੰਕਾਰ ਨੂੰ ਮੰਨਣ ਵਾਲੀ ਹੋ ਜਾਏਗੀ। ਸਾਰਿਆਂ ਨੂੰ ਇਹ ਕੰਮ ਹੋਣਾ ਪੈਣਾ ਹੈ। ਲੇਕਿਨ ਇਹ ਕਿੱਦਾਂ? ਕਿਹਾ ਦੀਨ ਦਿਆਲ ਪੈ ਸਤਿਗੁਰ 1311 ਅੰਗ ਹਰ ਮਾਰਗ ਪੰਥ ਦਿਖਾਵੇਗਾ। ਇਹ ਪੰਥ ਦਿਖਾਇਆ ਜਾਏਗਾ, ਇਹ ਵੇਖਣਗੇ ਲੋਕ। ਜਿਸ ਤਰ੍ਹਾਂ ਅੱਜ ਆਪਾਂ ਆ ਕਰੋਨਾ ਦੇ ਝਟਕੇ ਕਰਕੇ ਵੇਖ ਰਹੇ ਹਾਂ ਵੀ ਬਦਲੇ ਜਾ ਰਹੀ ਹੈ। ਕੌਣ ਕਰ ਰਿਹਾ ਹੈ? ਅੰਡਾ ਰੱਬ ਦਾ ਹੈ ਜਾਂ ਕੁਦਰਤੀ ਆਫਤਾਂ ਨੇ? ਕੌਣ ਡੱਕੇਗਾ? ਇਹ ਕਹਾਣੀਆਂ ਬਦਲੀਆਂ ਜਾਣੀਆਂ, ਮਾਰਗ ਦਿਖਾਇਆ ਜਾਣਾ ਹੈ। ਪਰਮੇਸ਼ਰ ਕੀ ਚੀਜ਼ ਹੈ, ਕੀ ਕਰ ਸਕਦਾ ਹੈ? ਉਹ ਪਹਾੜਾਂ ਨੂੰ ਆਰਡਰ ਦਿੰਦਾ ਹੈ, ਉਹ ਸਮੁੰਦਰਾਂ ਨੂੰ ਆਰਡਰ ਦੇਵੇ, ਉਹ ਹਵਾਵਾਂ ਨੂੰ ਦੇਵੇ, ਉਹ ਕਿਸੇ ਨੂੰ ਆਰਡਰ ਦੇਵੇ, ਇਹ ਉਹਦੇ ਵੱਸ ਦੀ ਗੱਲ ਹੈ। ਤੋ ਇਸ ਕਰਕੇ ਜੀ ਆਉਣ ਵਾਲਾ ਸਮਾਂ ਨਿਰਗੁਣ ਜੋਤ ਅਕਾਲ ਪੁਰਖ ਦਾ ਇਸ਼ਟ ਮੰਨਣਾ ਪੈਣਾ ਹੈ। ਕਿਉਂ ਨਾ ਹੁਣ ਤੋਂ ਹੀ ਤਿਆਰੀ ਕਰੀਏ। ਸਤਿਗੁਰ ਕੇਵਲ ਸ਼ਬਦ ਨੂੰ ਮੰਨਣਾ ਜਾਣਾ ਹੈ। ਦੇਹਧਾਰੀ ਜਿਹੜੇ ਚੀਜ਼ਾਂ ਦਾ ਲਾਡ ਖਤਮ ਕਿਉਂ ਨਾ ਕਰੀਏ। ਜੇ ਸਰੀਰ ਵਿੱਚ ਪ੍ਰਗਟ ਹੋਵੇ ਉਸ ਦਾ ਸਤਿਕਾਰ ਹੋਣਾ ਹੈ, ਲੇਕਿਨ ਸ਼ਬਦ ਸਤਿਗੁਰੂ ਹੋਣਾ ਹੈ। ਆਤਮਾ ਪਰਮਾਤਮਾ ਦੀ ਮਿਲਣੀ ਕਰਕੇ ਛੱਡਣੀ ਉਹਨੇ, ਕਿਉਂਕਿ ਮਜਬੂਰੀ ਦੇ ਵਿੱਚ ਵੀ ਸਭਨਾਂ ਨੇ ਉਦੋਂ ਹੀ ਯਾਦ ਕਰਨਾ ਹੈ। ਆਤਮਾਵਾਂ ਨੇ
आओ उस रूल 'ਚ ਚੱਲੀਏ। ਸਰਬ ਮਾਨਵ ਜਾਤੀ ਨੂੰ ਪਿਆਰ ਕਰਨਾ ਪੈਣਾ ਹੈ, ਕਿਉਂਕਿ ਜੇ ਵਿਰਲਾ ਵਿਰਲਾ ਰਹਿ ਗਿਆ ਤਾਂ ਮਨੁੱਖ ਨੂੰ ਤਰਸੇਗਾ। ਇਸ ਕਰਕੇ ਬਹਿਸਾਂ ਦਾ ਸਮਾਂ, ਕ੍ਰਿਟਿਸਿਜ਼ਮ ਦਾ ਸਮਾਂ ਨਹੀਂ ਹੈਗਾ। ਨਿਰਗੁਣ ਨਿਰੰਕਾਰ ਉਸ ਦੀ ਪੂਜਾ ਹੋਣੀ ਹੈ। ਤਾਂ ਹੁਣ ਤੋਂ ਕਿਉਂ ਨਾ ਸ਼ੁਰੂ ਕਰੀਏ। तो इस करके निर्गुण निरंकार नेकलंक अपना साकार खेल भी कर चुका है, तो निर्गुण खेल भी कर चुका है, सारगुण भी निर्गुण भी। और अज उसने आखिरी खेल जड़ा है वो निर्गुण किया है, और निर्गुण ने ही उही दिशा चलानी है पूरी सृष्टि। आओ उसनू अंदर पा लीए, किते सथाना च नहीं अंदर दे स्थान च लभीए। बाहरी सथाना की बजाय उसनू याद करिए, एक ही लफ्ज बोलीए कि तू साडा, तू मेरा, मैं तेरा। अंदरों हो के ਉਹਦੇ ਨਾਲ ਉਹਦੇ ਕੋਲ ਕਿਰਪा ਮੰਗੀਏ, क्योंकि ਪੈਂਡਾ बहुत औखा है। अंदर जाना हर एक नू कहते ने बहुत औखा है। बिन किरपा नहीं, बिन किरपा नहीं प्रकाश हो सकता, बिन नगरा नहीं चढ़ सकता। तो किरपा का पात्र बन लई, ढह ढेरी हुई है, ਉਹਨੂੰ आके किरपा कर साडे ते मेहर कर, तू साडा है ही साडा है। जे साडे च बच्चा पैदा हुंदा है, वो चों मास जद आउंदा है बाहर, तो जे उहदे च आत्मा ना होवे जां गर्भ च लाश ही बाहर निकलदी है, तो असीं उस लाश का की हाल करते हैं, कोई नाता नहीं रहिंदा, संस्कार कर आउंदे आ। तो इस करके बिना उहदी आत्मा रूह पिया कदी भी रिश्ते नहीं पाते धरती दे। लाश दे काहदे रिश्ते ने, सिफर रूप है। जद उस च आत्मा पैंदी है, भजदे हाँ, फिर इस तरह कुदरत नाच करती है। सूरज नाच करते हैं, चंद्रमा नाच करते हैं, शरीर नाच करते हैं, हर चीज़ नाच करती है। ये नाच कौन चाहता है? कुदरत का कादर। हवावां भजदियाँ नाच करदियाँ, बर्फां दे तोदे डिगदे पहाड़ नाच करते, समुद्रां दीयां लहरां उठदियां ते ये नाच करदियां, ते शरीरां दे सुपने नाच कराउंदे ने। तो करता जद खेल कराउंदा है, फिर नाच नचदी है कुदरत। तो वो नाच किते ना रूहां दे विच नूर रखदा है, तो शब्द ना नाच आउंदा है, डगरू वजदा है। तो इस नाल नाच है, इस नाच नूं जाणीए। बाहरले नाच तां बहुत कर ले, बाहर दे शब्द तां गले पछाणीए। ये रिश्ते नाते केवल रूह करके है, तो रूह दे मालक नूं मिलना पैना है, नहीं तो कोई भी मास नहीं हिल सकता, सिफर है, जीरो है। तो आओ उस मालक का जय करिए। आओ संसार दे मेरे भैनों भराओ, ये अपना बाप कहता है, बिन मेरे पूजा किसी दी नहीं रहनी, बिना अकाल पुरख तो पूजा नहीं रहनी। प्रभु दे नां ते टिप्पणी करनी भी मूर्खता है। वो आंदा जेडे टीके करते वो टीका टिप्पणी च आ जाते हैं, तो टीका टिप्पणी वाले किधर अपने आप की होमा चाहते, मैं वड्डा वो वड्डा, मैं इस अखर नूं जान चुकिया होगा। लेकिन अखर तो उदन जनाया जाता है जिधर अंदर प्रकाश होके वो जनाई कराउंदा है, वो खेल दिखाउंदा है। जिन्ना चिर दिखावे ना तो फिर उन्ना चिर गल नहीं। इस करके क्या सी साहिब गुरु ग्रंथ साहिब जी ने, प्रभ नूं निकट जान, नेड़े जान, वो तेनों कुछ जना दे दस दे ते तेरा रस्ता खोल दे। इस करके इहदे च दो जहान हैं, ਇਹ ਅੱਖਾਂ ਤੇ ਇਹਨਾਂ ਨਾਲ ਬਾਹਰਲਾ ਸੰਸਾਰ ਵੇਖਦੇ ਹਾਂ, ਤੇ ਅੰਦਰ ਦਾ ਸਰੀਰ ਬੜਾ ਕੀਮਤੀ ਹੈ, ਜਿਹ 'ਚ ਦੋ ਜਹਾਨ ਵੇਖੇ ਜਾ ਸਕਦੇ ਹਨ। ਅੰਦਰ ਪਰਮਾਤਮਾ ਦੀ ਕਹਾਣੀ ਦੇਖੀ ਜਾ ਸਕਦੀ ਹੈ, ਨਿਰਗੁਣ ਨਿਰੰਕਾਰ ਦਾ ਦੇਖਿਆ ਜਾ ਸਕਦਾ ਹੈ, ਉਹਦੀ ਕਿਰਪਾ ਦੇ ਨਾਲ ਬਾਹਰ ਦਾ ਨਾਤੇ ਦੇਖੇ ਜਾ ਸਕਦੇ ਹਨ। ਭੈਣ ਭਰਾ ਸਾਰਾ ਸੰਸਾਰ ਇਹਦੇ ਨਾਤੇ ਵੇਖ ਸਕਦੇ ਹਨ। ਨੱਚਦੀ ਹੋਈ ਕਾਇਨਾਤ ਵੇਖ ਸਕਦੇ ਹਾਂ, नचते हुए पानी वेख सकते हैं, नचदियाँ हुई हवावां वेख सकते हैं। क्या कमाल है उसकी रचना की। तो दो जे इसे करके देवते डिगते हैं, ये दो चीज़ां वेखने हैं, लेकिन सारी उम्र बारी चीज़ वेख के नची जाने, अंदर का नाच भी वेखिए। इन्हां च मुड़ के एक घर ही ना जूझ होया अंदर का, की बनेगा। उहदे कोल किरपा मंगीए कि अंदर जिहड़ा नाच नचाउणा वो भी दिखा और बाहर का भी दिखा। आओ ਉਹਦਾ ਮੌਕਾ, ਇਹੀ ਸਾਡੇ ਧਰਮ ਗ੍ਰੰਥ ਕਹਿੰਦੇ ਹਨ। ਨੇਕ ਕਲੰਕ ਦਾ ਡੰਕਾ ਕਿਹਦੇ ਨਾਲ ਵੱਜਣਾ? ਸਤਿਗੁਰੂ 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 ਗੋਬਿੰਦ ਜੀਓ, ਬੱਲੇ ਚੱਲਣ ਸਰਬ ਮਲਨ ਭਗਤ ਪਾਲਨ ਕਾਨ ਕੋ, ਨੇਕ ਕਲੰਕ ਵੱਜੇ ਡੰਕ।
ਇਹਨਾਂ ਦੋਵਾਂ ਦਾ ਟੰਕਾ ਵੱਜਣਾ ਹੈ। ਇਹ ਤੋਂ ਬਿਨਾਂ ਕਿਸੇ ਦਾ ਟੰਕਾ ਨਹੀਂ। ਸਿਫਾਰਿਸ਼ ਚੱਲਣੀ ਜੋ ਸਤਿਗੁਰੂ ਗੋਬਿੰਦ ਦੀ। ਔਰ ਖੇਲ ਕਿੰਨੇ ਦਰਸ਼ ਕਿੰਨੇ ਦੇਣੇ ਆ, ਨੇਕ ਕਲੰਕ ਨੇ ਅਤੇ ਭਗਤ ਹੁਣ ਬਣਨੇ ਜੋ। ਭਗਤਾਂ ਦੀ ਫੁਲਵਾੜੀ ਵਧਣੀ ਜੋ। ਇਹ ਖੁਸ਼ਬੂ ਮਹਿਕ ਭਗਤ ਅਤੇ ਭਗਵਾਨ ਦੀ ਚੱਲਣੀ ਹੈ। ਆਤਮਾ ਅਤੇ ਪਰਮਾਤਮਾ ਦਾ ਦੌਰ ਆ ਗਿਆ ਜੋ। ਆਓ ਉਸ ਦੌਰ 'ਚ ਵੜੀਏ ਅਤੇ ਉਹਨੂੰ ਕਹੀਏ ਤੂੰ ਮੇਰਾ ਮੈਂ ਤੇਰਾ, ਹੈ ਪਰਮਾਤਮਾ ਤੂੰ ਮੇਰਾ ਮੈਂ ਤੇਰਾ। ਜਦੋਂ ਇਸ ਸਾਰੀ ਕੁਦਰਤ ਨੂੰ ਵੇਖੋਗੇ ਉਹ ਸਭ ਕਹਿ ਰਹੀ ਹੈ ਤੂੰ ਮੇਰਾ ਮੈਂ ਤੇਰਾ। ਹਵਾਵਾਂ ਸ਼ੁਕਦੀਆਂ ਕਹਿੰਦੀਆਂ ਕਿ ਤੂੰ ਮੇਰਾ ਮੈਂ ਤੇਰਾ। ਜੇ ਉਹਦੀ ਜੋਤ ਦਾ ਨਿੱਕਾ ਜਿਹਾ ਅੰਸ਼ ਵੇਖਣਾ ਜਗਦਾ, ਸੂਰਜ ਵੇਖ ਲਈਏ ਕਿੱਥੋਂ ਨੂਰ ਆਉਂਦਾ ਉਹਦੇ 'ਚ, ਕਿੱਦਾਂ ਪ੍ਰਕਾਸ਼ ਸਾਰੇ ਕਿੰਨਾ ਥਾਵਾਂ 'ਤੇ ਉਹ ਦਿੰਦਾ, ਕਿੰਨੇ ਧਰਤੀਆਂ 'ਤੇ ਉਹ ਦੇ ਰਿਹਾ, ਕਿੰਨਿਆਂ ਗ੍ਰਹਿਆਂ 'ਤੇ ਉਹ ਆਪਣੀ ਕੰਮ ਕਰ ਰਿਹਾ ਹੈ। ਕਿਹੜੇ ਸਾਰੀ ਹੈ ਇਹ ਨੂਰ ਦਾ ਨਿੱਕਾ ਜਿਹਾ ਹਿੱਸਾ ਹੈ। ਇੱਥੋਂ ਜੇ ਬੰਦੇ ਰੱਬ ਦਿਖਾ ਅਤੇ ਫਿਰ ਸੂਰਜ ਦਾ ਨੂਰ ਦੇਖ ਲਓ। ਇੱਕ ਛੋਟਾ ਜਿਹਾ ਕਿਣਕਾ ਹੈ ਜਿਹੜਾ ਆਣ ਕੇ ਜਾਕਿਤ ਕਰ ਰਿਹਾ ਹੈ। ਤਾਂ ਉਸ ਦੀ ਕਹਾਣੀ ਬਹੁਤ ਵੱਡੀ ਹੈ ਬਾਈ। ਇਸ ਕਰਕੇ ਇਹ ਨਾ ਕੋਈ ਸਾਧ ਨਾ ਸੰਤ ਨਾ ਦੂਸਰੇ ਪਖੰਡੀ ਨਹੀਂ ਦੇ ਸਕਦੇ ਭੇਦ। ਇਸ ਕਰਕੇ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਕਿਹਾ ਸੀ ਕਿ ਸ਼ਬਦ ਗੁਰੂ ਨੂੰ ਗੱਦੀ ਦੇਣ ਲੱਗਿਆ ਇਹਨੂੰ ਪੜ੍ਹਿਓ ਅਤੇ ਵਿਚਾਰਿਓ। ਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ, ਅਕਾਲ ਪੁਰਖ ਮਨਾਉਣਾ। ਅਕਾਲ ਪੁਰਖ ਮਨਾਉਣ ਵੱਲ ਵੀ ਤੁਰਨਾ ਪੈਣਾ ਹੈ ਅਤੇ ਉਹਦੇ ਲਈ ਤਰਲਾ ਕੱਢਣਾ ਪੈਣਾ। ਕੋਈ ਸਿਸਟਮ ਨਹੀਂ ਚੱਲਦਾ, ਉਹਦੀ ਮਿਹਰਬਾਨੀ ਮੰਗਣੀ ਪੈਣੀ ਹੈ। ਬਿਨ ਕਿਰਪਾ ਕੰਮ ਨਹੀਂ ਕਰਦਾ। ਜਿਹਨੂੰ ਜਣਾਏ ਉਹ ਜਾਣਿਆ ਜਾਣਾ। ਤਾਂ ਆਓ ਅੱਜ ਵਕਤ ਆ ਗਿਆ ਹੈ ਤੁਹਾਨੂੰ ਮਿਲਣ ਦਾ। ਗੋਬਿੰਦ ਮਿਲਣ ਦੀ ਵਰੀਆ ਹੈ। ਅੱਜ ਗੋਬਿੰਦ ਮਲਾਣਾ ਹੈ ਉਹਨੇ ਅਕਾਲ ਪੁਰਖ ਨੂੰ। ਇਹ ਦੁਨੀਆ ਲਈ ਉਹਦਾ ਕੰਮ ਸ਼ੁਰੂ ਹੋ ਚੁੱਕਾ ਹੈ। ਤਾਂ ਆਓ ਉਸ ਦਾ ਆਨੰਦ ਲਈਏ। ਸੋ ਸਾਰਿਆਂ ਨੂੰ ਸੋਹੰਗ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ।